ਸਕਦੇ ਆ ਅਕੋਰਡਿੰਗ ਟੂ them ਓਨਲੀ, ਉਹਨਾਂ ਨੇ ਹੀ ਵੌਇਸ ਆਫ ਇੰਡੀਆ ਤੇ ਤੁਹਾਡਾ ਸਵਾਗਤ ਹੈ ਜੀ। ਮੈਂ ਲਖਵਿੰਦਰ ਕੌਸ਼ਿਕ ਤੇ ਮੇਰੇ ਨਾਲ ਅੱਜ ਗਗਨ ਜੀ ਨੇ, ਗਗਨ ਬਾਟਲੀ ਜੀ। ਅਸੀਂ ਪਹਿਲੀ ਵਾਰੀ ਦੋਨੇ ਜਣੇ ਇੱਕ ਪ੍ਰੋਗਰਾਮ ਪੇਸ਼ ਕਰਨ ਲੱਗੇ ਹਾਂ ਸਾਡੇ ਗੁਰੂ ਜੀ MP ਸਿੰਘ ਜੀ ਤੋਂ ਬਿਨਾਂ। ਅਸੀਂ ਕੁਝ ਗੱਲਾਂ ਕਰਾਂਗੇ ਜਿਸ ਤਰ੍ਹਾਂ ਆਪਣੇ ਸਾਰਾ ਸਰਕਾਰੀ ਤੰਤਰ ਆ ਉਹਦੇ ਬਾਬਤ ਕੁਝ ਗੱਲਾਂ ਨੇ, ਸਾਡੇ ਬੈਕ ਹੋਮ ਦੇ ਵੀ ਨੇ, ਇੱਥੇ ਵੀ ਨੇ। ਇੱਕ ਸਿਸਟਮ ਨੂੰ ਚਲਾਉਣ ਲਈ ਜਿਸ ਤਰ੍ਹਾਂ ਮਤਲਬ ਦੁਨੀਆ ਭਰ ਦੇ ਵਿੱਚ ਪੋਲੀਟੀਸ਼ੀਅਨਾਂ ਦੀ ਜ਼ਰੂਰਤ ਪੈਂਦੀ ਆ। ਕੀ ਇਹ ਪੋਲੀਟੀਸ਼ੀਅਨ ਆਪਣੇ ਸਿਸਟਮ ਦੇ ਉੱਤੇ ਜਾਂ ਆਪਣੇ ਸਮਾਜ ਦੇ ਉੱਤੇ ਬੋਝ ਨੇ, ਇਹ ਹੋਣੇ ਚਾਹੀਦੇ ਨੇ ਜਾਂ ਨਹੀਂ ਹੋਣੇ ਚਾਹੀਦੇ? ਕਿਉਂਕਿ ਕੁਝ ਸਿਸਟਮ ਜਿੰਨੇ ਵੀ ਦੁਨੀਆ ਭਰ ਦੇ ਵਿੱਚ ਚੱਲਦੇ ਨੇ ਉੱਥੇ ਹਰ ਇੱਕ ਤਰ੍ਹਾਂ ਦੇ ਪੋਲੀਟੀਸ਼ੀਅਨਾਂ ਦਾ ਸਿਸਟਮ ਦੇ ਉੱਤੇ ਦਬਾਅ ਬਣ ਜਾਂਦਾ, ਜਿਸ ਕਰਕੇ ਕੁਝ ਸਮਾਜ ਦੇ ਵਿੱਚ ਕੁਝ ਆਪਣੇ ਲੋਕਾਂ ਦੇ ਉੱਤੇ ਇਹਨਾਂ ਪੋਲੀਟੀਸ਼ੀਅਨਾਂ ਦਾ ਜ਼ਿਆਦਾ ਹਾਵੀ ਰਹਿੰਦੇ ਨੇ। ਜਿਸ ਤਰ੍ਹਾਂ ਵੀ ਕੋਈ ਸਰਕਾਰੀ ਤੰਤਰ ਹੁੰਦਾ ਜਿਹਦੇ ਵਿੱਚ ਆਪਣੇ ਕੋਈ ਲੋਕਲ ਸਿਟੀ ਨੂੰ ਜਿਹੜੀਆਂ ਕੋਈ ਆਪਾਂ ਨੂੰ ਜ਼ਰੂਰਤਾਂ ਹੁੰਦੀਆਂ ਨੇ, ਉੱਥੇ ਕਿਹਾ ਜਾਂਦਾ ਵੀ ਇਹ ਪੋਲੀਟੀਸ਼ੀਅਨ ਇਹਨਾਂ ਨੂੰ ਦੇਖਦੇ ਨੇ। ਇਹਨਾਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਨੇ। ਅਸੀਂ ਇੱਕ ਨਵੀਂ ਸੀਰੀਜ਼ ਆ ਜਿਹੜੀ ਇਹ ਸਟਾਰਟ ਕਰਨ ਲੱਗੇ ਹਾਂ, ਜਿਹਦੇ ਵਿੱਚ ਲੋਕਲ ਮੁੱਦੇ ਜਾਂ ਥੋੜ੍ਹੇ ਮੋਟੇ ਆਪਣੇ ਬੈਕ ਹੋਮ ਦੇ ਮੁੱਦੇ ਵੀ ਅਸੀਂ ਡਿਸਕਸ ਕਰਿਆ ਕਰਾਂਗੇ। ਗਗਨ ਜੀ, ਤੁਹਾਡਾ ਸਵਾਗਤ ਹੈ ਵੌਇਸ ਆਫ ਇੰਡੀਆ ਤੇ। ਨਮਸਕਾਰ। ਵੌਇਸ ਆਫ ਇੰਡੀਆ, ਮੈਂ ਗਗਨ, ਵਿਨੀਪੈਗ ਦੇ ਨਿਵਾਸੀ, ਅਤੇ ਲਖਵਿੰਦਰ ਜੀ ਨਾਲ ਇੱਕ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜਿਨ੍ਹਾਂ ਵਿੱਚ ਅਸੀਂ ਇੱਥੋਂ ਦੇ ਲੋਕਾਂ ਦੇ ਮੁੱਦੇ ਚੱਕਾਂਗੇ ਕਿ ਕੀ ਲੋਕਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ, ਕੀ ਉਹਨਾਂ ਦਾ ਨਿਵਾਰਣ ਸਾਡੇ ਚੁਣੇ ਹੋਏ ਨੁਮਾਇੰਦੇ ਕਰ ਰਹੇ ਨੇ ਕਿ ਨਹੀਂ, ਉਹ ਕਿੰਨੇ ਕੁ ਇਫੈਕਟਿਵ ਨੇ ਅਤੇ ਕਿੰਨਾ ਕੁ ਸਾਡੀ ਜ਼ਿੰਦਗੀ 'ਚ ਉਹਨਾਂ ਦਾ ਪ੍ਰਭਾਵ ਹੈ। ਅਸੀਂ ਇਸ ਬਾਰੇ ਗੱਲ ਕਰਾਂਗੇ। ਲਖਵਿੰਦਰ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਵਿਨੀਪੈਗ ਸ਼ਹਿਰ ਵਿੱਚ ਜੀ ਜਿੰਨੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਜੀ, ਇੱਕ ਬੜੀ ਸਟ੍ਰੇਂਜ ਦੀ ਗੱਲ, ਬੜੀ ਅਨੋਖੀ ਜਿਹੀ ਗੱਲ ਆਉਂਦੀ ਹੈਗੀ ਹੈ ਕਿ ਤੁਸੀਂ ਜਦੋਂ ਕਿਸੇ ਚੀਜ਼ ਦੀ ਕੋਈ ਡਿਮਾਂਡ ਰੱਖਦੇ ਹੋ ਜੀ, ਤੁਸੀਂ ਉਹਨਾਂ ਨੂੰ ਕੁਝ ਕਹਿੰਦੇ ਹੋ ਕਿ ਸਾਨੂੰ ਇਹ ਚਾਹੀਦਾ, ਸਾਨੂੰ ਉਹਨਾਂ ਤੋਂ ਮੰਗਣਾ ਪੈਂਦਾ। ਜੀ ਜੀ ਬਿਲਕੁਲ। ਮੈਂ 2-3 ਵਾਰੀ ਕੁਝ MLAs ਨਾਲ, ਕੁਝ ਸਿਟੀ ਕਾਉਂਸਲਰ ਨਾਲ ਗੱਲ ਕੀਤੀ ਹੈ, ਕੁਝ ਫੇਸਬੁੱਕ ਪੇਜ ਦੇ ਥਰੂ, ਕੁਝ ਟਵਿੱਟਰ ਦੇ ਥਰੂ, ਕੁਝ ਸੋਸ਼ਲ ਮੀਡੀਆਜ਼ ਦੇ ਥਰੂ। ਹਮੇਸ਼ਾ ਸਾਨੂੰ ਇਹ ਆਉਂਦਾ ਕਿ ਸਾਨੂੰ ਆਪਣੀਆਂ ਸਮੱਸਿਆਵਾਂ ਦੱਸੋ ਜੀ। ਮੇਰਾ ਕੁਐਸਚਨ ਸਾਰਿਆਂ ਨੂੰ ਇਹ ਹੈਗਾ ਕਿ ਸਾਨੂੰ ਦੱਸਣ ਦੀ ਕੀ ਜ਼ਰੂਰਤ ਹੈ? ਜੀ ਬਿਲਕੁਲ। ਜੇ ਕੋਈ ਸੜਕ ਟੁੱਟੀ ਹੋਈ ਹੈ, ਜੇ ਕਿਤੇ ਲਾਈਟਾਂ ਨਹੀਂ ਨੇ, ਜੇ ਕਿਤੇ ਸੀਵਰੇਜ ਦਾ ਕੰਮ ਹੋ ਰਿਹਾ ਜਾਂ ਨਹੀਂ ਹੋਣਾ ਜਾਂ ਹੋਣ ਵਾਲਾ ਹੈ, ਕੀ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੂੰ ਉਸ ਦਾ ਪਤਾ ਨਹੀਂ ਹੈ? ਜੀ ਬਿਲਕੁਲ। ਆਪਾਂ ਵੈਸੇ ਸਾਡੇ ਇਸ ਵੌਇਸ ਆਫ ਇੰਡੀਆ ਮੀਡੀਆ ਗਰੁੱਪ ਤੋਂ ਅਸੀਂ ਵੱਖਰੇ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਸੰਬੰਧੀ ਅਸੀਂ ਗੱਲਾਂ ਕਰਦੇ ਰਹਿੰਦੇ ਹਾਂ। ਦੇਖੋ, ਇਹ ਜਿੰਨੇ ਵੀ ਪੋਲੀਟੀਕਲ ਲੋਕ ਨੇ, ਜਿਹੜੇ ਵੀ ਪੋਲੀਟੀਕਲ ਲੀਡਰ ਨੇ, ਪਹਿਲੀ ਗੱਲ ਤਾਂ ਇਹ ਵੀ ਇਹਨਾਂ ਦੀ ਇੱਕ ਇਹ ਹੁੰਦੀ ਆ ਵੀ ਸਾਨੂੰ ਤੁਸੀਂ ਈਮੇਲ ਕਰੋ, ਸਾਡੇ ਆਫਿਸ ਤੱਕ ਅਪਰੋਚ ਕਰੋ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਤੁਸੀਂ ਈਮੇਲ ਕਰਦੇ ਹੋ ਟਵਿੱਟਰ ਦੇ ਉੱਤੇ ਜਾਂ ਫੇਸਬੁੱਕ ਪੇਜ ਦੇ ਥਰੂ। ਕਦੇ ਵੀ ਕੋਈ ਪੋਲੀਟੀਕਲ ਲੀਡਰ ਹੈ ਜਿਹੜਾ ਜੀ ਉਹ ਡਾਇਰੈਕਟ ਆਪਦਾ ਪਰਸਨਲ ਨੰਬਰ ਨਹੀਂ ਦਿੰਦਾ ਹੈਗਾ। ਦੇਖੋ, ਜਿਸ ਤਰ੍ਹਾਂ ਪਰਸਨਲ ਜਾਂ ਆਫਿਸ, ਉਹ ਜਿਹੜੇ ਹੁਣ ਇੱਕ ਆਫਿਸ ਵੀ ਖੋਲ੍ਹੇ ਜਾਂਦੇ ਨੇ। ਹੁਣ ਆਪਾਂ ਨੂੰ ਪਤਾ ਵੀ ਇੱਥੇ ਸਿਸਟਮ ਹੈਗਾ ਜਿਹੜਾ ਹੈ, ਕਿਉਂਕਿ ਬੈਕ ਹੋਮ ਦੇ ਵਿੱਚ ਆਪਾਂ ਆਏ ਹਾਂ ਤੇ ਆਪਾਂ ਨੂੰ ਬੈਕ ਹੋਮ ਦੇ ਵਿੱਚ ਇੱਕ ਆਪਣਾ ਜਿਹੜਾ MLA ਹੁੰਦਾ ਉਹ ਸਰਵਜਨਕ ਹੁੰਦਾ। ਬਿਲਕੁਲ। ਬੈਕ ਹੋਮ ਦੇ ਵਿੱਚ ਆਪਾਂ ਨੂੰ ਕੋਈ ਜ਼ਰੂਰਤ ਪੈਂਦੀ ਆ, ਆਪਣੇ ਕੋਈ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਨਾਲੀ ਦਾ ਰੌਲਾ MLA ਹੀ ਕਰ ਦਿੰਦਾ। ਆਪਾਂ ਨਾਲੀ ਦਾ ਰੌਲਾ ਵੀ ਆਪਾਂ ਤਾਂ ਵੀ MLA ਨੂੰ ਫੋਨ ਮਾਰਿਆ, ਸਾਡਾ ਜੀ ਇੱਕ ਰੌਲਾ ਪੈ ਗਿਆ, ਸਾਡੀ ਕਿਸੇ ਨਾਲ ਲੜਾਈ ਹੋ ਗਈ, ਤੁਸੀਂ ਹੈਲਪ ਆਊਟ ਕਰੋ। ਉਹ ਖੈਰ ਕਰਦੇ ਵੀ ਨੇ ਕਿਉਂਕਿ ਉਹਨਾਂ ਨੂੰ ਵੋਟਾਂ ਦੀ ਜ਼ਰੂਰਤ ਹੁੰਦੀ ਹੈ। ਬਟ ਇੱਥੇ ਜਿਹੜਾ ਸਿਸਟਮ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ, ਆਪਾਂ ਜਸਟ ਕਿ ਡਿਸਕਸ ਕਰ ਰਹੇ ਹਾਂ, ਆਪਣੀ ਕੋਈ ਕੁਐਸਚਨ ਆਨਸਰਿੰਗ ਨਹੀਂ ਹੈਗੀ। ਇੱਥੇ ਜਿਹੜਾ ਸਿਸਟਮ ਆ ਜੀ, ਇਹ ਇੱਕ ਹੋਰ ਤਰੀਕੇ ਦਾ ਹੈਗਾ। ਜਦੋਂ ਇਹ ਲੋਕ ਵੋਟਾਂ ਲੈਣ ਆਉਂਦੇ ਨੇ, ਚਾਹੇ ਉਹ MP ਆ, ਚਾਹੇ MLA ਆ, ਚਾਹੇ ਕਾਉਂਸਲਰ ਆ, ਉਹ ਆਪਾਂ ਨੂੰ ਆਪਣੀ ਕਮਿਊਨਿਟੀ ਦੇ ਲੋਕਾਂ ਕੋਲੇ, ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰਦੇ, ਵੈਸੇ ਸਾਰੀ ਕਮਿਊਨਿਟੀ ਕੋਲ ਇੱਦਾਂ ਹੀ ਕਰਦੇ ਨੇ ਉਹ। ਬਿਲਕੁਲ। ਵੀ ਸਾਨੂੰ ਤੁਹਾਡਾ ਕੋਈ ਵੀ ਕਮਿਊਨਿਟੀ ਦਾ ਕੰਮ ਹੋਵੇ ਅਸੀਂ ਕਰਾਂਗੇ। ਕੀ ਉਹ ਕਰਦੇ ਨੇ ਜੀ? ਲਖਵਿੰਦਰ ਜੀ, ਮੈਂ ਇੱਕ ਐਡ ਕਰਨੀ ਚਾਹੂੰਗਾ ਕਿ ਮੈਨੂੰ ਪਤਾ ਹੀ ਨਹੀਂ ਕਿ ਉਹਨਾਂ ਦੀਆਂ ਪਾਵਰਸ ਹੈ ਕਿ ਨਹੀਂ ਜੀ। ਇਹਦਾ ਰੀਜ਼ਨ ਕਿਉਂ ਹੈ ਕਿ ਤੁਸੀਂ ਕੁਝ ਵੀ ਕੰਮ ਉਹਨਾਂ ਨੂੰ ਕਹਿ ਦਿਓ, ਉਹ ਕਹਿਣਗੇ ਜੀ ਅਸੀਂ ਤੁਹਾਡੀ ਆਵਾਜ਼ ਸਿਟੀ ਤੱਕ ਪਹੁੰਚਾਵਾਂਗੇ ਜੀ। ਹੁਣ ਜੇ ਸਾਡੀ ਆਵਾਜ਼ ਸਿਟੀ ਤੱਕ ਤੇ ਅਸੀਂ ਖੁਦ ਵੀ ਪਹੁੰਚਾ ਸਕਦੇ ਹਾਂ, ਫਿਰ ਸਾਨੂੰ ਇੰਨੇ ਮਹਿੰਗੇ ਜੀ ਤੇ ਇੰਨੇ ਖਰਚੇ ਵਾਲੇ ਵਿੱਚ ਮਿਡਲਮੈਨ ਮੈਂ ਕਹੂੰਗਾ ਰੱਖਣ ਦੀ ਕੀ ਜ਼ਰੂਰਤ ਹੈ? ਜੀ ਬਿਲਕੁਲ। ਤੁਹਾਨੂੰ ਮੈਂ ਇੱਕ ਹੋਰ ਗੱਲ, ਤੁਸੀਂ ਸ਼ਾਇਦ ਜਾਣ ਕੇ ਹੈਰਾਨ ਹੋਵੋਗੇ ਕਿ ਪੂਰੇ ਮੈਨੀਟੋਬਾ 'ਚ 57 MLAs ਨੇ, ਕੁਝ ਨੰਬਰ ਆਫ ਕਾਉਂਸਲਰਸ ਨੇ, ਸਭ ਕੁਝ ਨੇ ਜੀ। ਤੇ ਜੇ ਤੁਸੀਂ ਆਬਾਦੀ ਦੇ ਨਾਲ ਉਹਦਾ ਪ੍ਰਪੋਰਸ਼ਨ ਲਗਾਓ ਤੇ ਤੁਸੀਂ ਲਗਾ ਕੇ ਚੱਲੋ ਕਿ 15 ਤੋਂ 20 ਹਜ਼ਾਰ ਦੇ ਵਿੱਚ ਜੀ ਬੰਦਿਆਂ ਦੇ ਪਿੱਛੇ ਇੱਕ MLA ਆਉਂਦਾ ਹੈ। ਹੁਣ ਜੇ ਤੁਸੀਂ ਆਪਾਂ ਬੈਕ ਹੋਮ ਦੀ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਜੀ, ਤੇ ਉੱਥੇ ਤੇ ਲੱਖਾਂ ਦੀ ਆਬਾਦੀ ਪਿੱਛੇ ਇੱਕ MLA ਆਉਂਦਾ ਜੀ। ਬਿਲਕੁਲ। ਤਾਂ ਵੀ ਉਹ ਸਾਰੇ ਕੰਮ ਕਰਦਾ ਕਿ ਸਾਡੇ MLAs ਚੁਣੇ ਹੋਏ ਨੁਮਾਇੰਦੇ, ਮੈਂ ਕਿਸੇ ਦਾ ਨਾਂ ਨਹੀਂ ਲੈ ਰਿਹਾ, ਬਟ ਕੀ ਸਾਡੇ ਚੁਣੇ ਹੋਏ ਨੁਮਾਇੰਦੇ ਇਨਐਫੀਸ਼ੀਐਂਟ ਹੈਗੇ ਨੇ ਜਾਂ ਉਹਨਾਂ ਕੋਲ ਪਾਵਰਸ ਹੀ ਨਹੀਂ ਹੈਗੀਆਂ ਕਿ ਉਹ ਕੰਮ ਕਰਨ ਵੇਲੇ ਉਹਨਾਂ ਨੂੰ 4 ਵਾਰ ਚੀਜ਼ਾਂ ਦੱਸਣੀਆਂ ਪੈਂਦੀਆਂ ਜੀ।
ਇਹ ਜਿਸ ਤਰ੍ਹਾਂ ਹੁਣ ਤੁਸੀਂ ਗੱਲ ਕਰਦੇ ਹੋ ਬੈਕ ਹੋਮ ਦੇ ਵਿੱਚ ਆਪਣੇ ਦੇਖ ਲਓ 50 ਤੋਂ 55 ਪਿੰਡ ਨੇ ਜਾਂ 30-35 ਕਿਲੋਮੀਟਰ ਦਾ ਏਰੀਆ ਹੁੰਦਾ, ਸਰਕਲ ਹੁੰਦਾ, ਜਿੱਥੇ ਇੱਕ MLA ਮਤਲਬ ਕੰਮ ਕਰ ਰਿਹਾ ਹੁੰਦਾ, ਠੀਕ ਹੈ ਜੀ। ਤੇ MP ਦੇ ਤਾਂ ਪਤਾ ਹੀ ਨਹੀਂ ਹੈ ਜੀ, 150 ਕਿਲੋਮੀਟਰ ਤੋਂ ਵੱਧ ਦਾ ਏਰੀਆ। MP ਦੇ ਵਿੱਚ ਤਾਂ ਜੇ ਆਪਾਂ ਇੱਥੇ ਗੱਲ ਕਰੀਏ ਮਤਲਬ ਮੈਨੀਟੋਬਾ ਵਿੱਚ 1-2 MP ਜੀ ਬਿਲਕੁਲ। ਇਸ ਤਰ੍ਹਾਂ ਹੁਣ ਇੱਥੇ ਇੱਕ ਕੁਝ ਕਿਲੋਮੀਟਰ ਦਾ ਹੀ ਏਰੀਆ ਹੁੰਦਾ, ਹਾਰਡਲੀ 1 ਜਾਂ 2 ਕਿਲੋਮੀਟਰ ਦਾ ਏਰੀਆ ਸੌਰੀ। ਉਹਦੇ ਸੰਬੰਧ ਦੇ ਵਿੱਚ ਤੁਸੀਂ ਦੇਖੋ ਵੀ ਜਿਵੇਂ ਤੁਸੀਂ ਦੱਸ ਰਹੇ ਹੋ ਇੰਨੇ ਮਹਿੰਗੇ, ਇੱਕ ਤਾਂ ਇਹਨਾਂ ਦੀ ਸੈਲਰੀ, ਸੈਕੰਡ ਇਹਨਾਂ ਦੇ ਜਿਹੜੇ ਆਫੀਸ਼ੀਅਲ ਖਰਚੇ ਜੀ, ਬਿਲਕੁਲ। ਉਸ ਤੋਂ ਬਾਅਦ ਫਿਰ ਜਿਹੜੀ ਜਨਤਾ ਦੇ ਹਾਰਡ ਆਪਣੀ ਜਿਹੜੀ ਇੱਥੇ ਕਮਾਈ ਹੈ, ਦੇਖੋ ਹਾਰਡ ਹੈ, ਬਿਲਕੁਲ ਹੱਡ ਭੰਨਵੀਂ ਕਮਾਈ, ਚਾਹੇ ਉਹ ਕਿਸੇ ਵੀ ਵਰਗ ਦਾ ਬੰਦਾ, ਕਿਸੇ ਵੀ ਕਮਿਊਨਿਟੀ ਦਾ ਬੰਦਾ ਕਰਦਾ, ਈਵਨ ਸਟੂਡੈਂਟ ਤੋਂ ਲੈ ਕੇ ਸਿਟੀਜ਼ਨ ਤੱਕ, ਉਹ ਆਪਣੀ ਕਮਾਈ ਕਰਦਾ, ਉਹਦੇ ਵਿੱਚੋਂ ਟੈਕਸ ਦਿੰਦੇ ਆ, ਤੇ ਉਹ ਟੈਕਸ ਆ ਜਿਹੜਾ ਉਹ ਆਪਣੇ ਟੈਕਸ ਦੇ ਉੱਤੇ ਐਸ਼ ਕਰਦੇ ਨੇ। ਮੈਂ ਉਹੀ ਗੱਲ ਲਖਿੰਦਰ ਜੀ ਕਹਿ ਰਿਹਾ ਕਿ ਤੁਸੀਂ ਇਹਨਾਂ ਦੇ ਖਰਚੇ ਜੇ ਤੁਸੀਂ ਦੇਖੋਗੇ, ਅਨਡਾਊਟਲੀ ਕੈਨੇਡਾ ਵਿੱਚ ਇਹ ਹੈਗਾ ਕਿ ਐਵਰੀਥਿੰਗ ਇਜ਼ ਵੈਰੀ ਫੇਅਰ, ਬਹੁਤ ਟਰਾਂਸਪੇਰੈਂਟ ਹੈ। ਤੁਸੀਂ ਵੈਬਸਾਈਟ ਤੇ ਜਾਓ, ਹਰ ਚੀਜ਼ ਤੁਹਾਨੂੰ ਮਿਲ ਜਾਊਗੀ, ਖਰਚੇ ਕਿੱਥੇ ਹੋਏ, ਕਿਉਂ ਹੋਏ। ਬਟ ਮੇਰਾ ਕੁਐਸਚਨ ਇਹ ਹੈਗਾ ਕਿ ਕਿਆ ਉਹ ਇੰਨਾ ਪੈਸਾ ਡਿਜ਼ਰਵ ਕਰਦੇ ਨੇ? ਜੇ ਆਪਾਂ ਸਪੋਜ਼ ਕਿਸੇ MLA MP ਕਿਸੇ ਵੀ ਫॉर ਐਗਜ਼ਾਮਪਲ ਜੇ ਉਹ ਬੰਦਾ $2-2.5 ਲੱਖ ਸਾਲ ਦੇ ਲੈ ਰਿਹਾ ਆਪਣੇ ਅਸੈਂਬਲੀ ਦੇ ਖਰਚੇ ਨੂੰ ਮੈਨੇਜ ਕਰਨ ਲਈ, ਆਪਣੇ ਆਫਿਸ ਨੂੰ ਮੈਨੇਜ ਕਰਨ ਲਈ, ਆਪਣੀ ਸੈਲਰੀ, ਆਪਣੇ ਐਕਸਪੈਂਸਸ, ਕੀ ਸਰਕਾਰ ਇਹ ਨਹੀਂ ਕਰ ਸਕਦੀ ਕਿ ਤੁਸੀਂ $6,000 ਚ ਇੱਕ ਬੰਦਾ ਰੱਖੋ ਜਿਹੜਾ 40 ਘੰਟੇ ਵਧੀਆ ਕੰਮ ਕਰੇਗਾ ਤੇ ਉਹ ਆਨਸਰੇਬਲ ਵੀ ਹੋਏਗਾ? ਨਹੀਂ, ਮੈਂ ਕਹਿੰਦਾ ਜੀ ਦੇਖੋ 6,000 ਛੱਡੋ, ਲੋਕ 4,000 ਤੇ ਵੀ ਕੰਮ ਕਰਨ ਤਿਆਰ ਨੇ ਜੀ, ਤੇ ਨਾਲ ਇੱਕ ਰੋਜ਼ਗਾਰ ਮਿਲੇਗਾ ਜੀ, ਬਿਲਕੁਲ ਉਹਨਾਂ ਦੀ ਆਨਸਰੇਬਿਲਿਟੀ ਹੋਏਗੀ ਜੀ, ਠੀਕ ਹੈ। ਤੇ ਸਾਡੇ ਪੈਸਾ ਕਿੰਨਾ ਬਚੇਗਾ? ਕਿਉਂਕਿ ਤੁਸੀਂ ਟੈਕਸ ਦੇਖਦੇ ਆ ਤੇ ਮੈਨੂੰ ਲੱਗਦਾ ਕਿ ਕੋਈ ਵੀ ਕੰਮ ਕਰੀਏ, ਛੋਟਾ ਵੱਡੇ ਤੋਂ ਵੱਡਾ, ਸਾਨੂੰ ਟੈਕਸ ਸਾਡੇ ਨੇ ਉਹ ਕੱਟਣੇ ਹੀ ਹੈ ਜੀ, ਬਿਲਕੁਲ। ਹਰ ਇੱਕ ਸੈਲਰੀ ਤੋਂ 40-45% ਟੈਕਸ ਤਾਂ ਸਰਕਾਰ ਲੈ ਹੀ ਜਾਂਦੀ ਹੈ, ਤੇ ਇਹ ਵੀ ਬਹੁਤ ਮੋਟਾ ਚੰਕ ਜਿਹੜਾ ਹੈਗਾ ਟੈਕਸਿਸ ਦਾ ਇਹਨਾਂ ਨੂੰ ਹੀ ਜਾਂਦਾ ਜੀ। ਦੂਸਰੀ ਗੱਲ ਜੀ, ਮੈਂ ਇੱਕ ਹੋਰ ਗੱਲ ਤੇ ਕੁਝ ਮਹੀਨੇ ਪਹਿਲਾਂ ਅਸੀਂ ਫੇਸਬੁੱਕ ਤੇ ਕੁਝ ਡਿਸਕਸ਼ਨ ਚੱਲ ਰਹੀ ਸੀ ਸਾਡੇ ਏਰੀਆ ਨੂੰ ਡਿਵੈਲਪਮੈਂਟ ਨੂੰ ਲੈ ਕੇ ਤੇ ਆਈ ਵਾਸ ਵੈਰੀ ਸ਼ੌਕਡ ਟੂ ਨੋ ਕਿ ਤੁਸੀਂ ਕਿਸੇ ਵੀ ਪੋਲੀਟੀਸ਼ੀਅਨ ਦੇ ਕਿਸੇ ਵੀ ਫੇਸਬੁੱਕ ਪੇਜ ਜਾਂ ਉਹਦੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਤੁਸੀਂ ਕੋਈ ਕਮੈਂਟ ਨਹੀਂ ਪਾ ਸਕਦੇ ਜੀ। ਬਿਲਕੁਲ, ਮੈਂ ਦੱਸਣਾ ਚਾਹਾਂਗਾ ਵੀ ਮੈਂ ਆਪ ਖੁਦ ਜਿਹੜੇ ਕੁਝ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਟਵਿੱਟਰ ਦੇ ਉੱਤੇ ਵੀ ਭੇਜਦਾ। ਆਪਾਂ ਕਹਿੰਦੇ ਵੀ ਟਵਿੱਟਰ ਇੱਕ ਵਧੀਆ ਹੈਂਡਲ ਹੈਗਾ, ਮਤਲਬ ਟੂਲ ਹੈਗਾ ਤੁਸੀਂ ਆਪਣੀ ਗੱਲ ਪਹੁੰਚਾਉਣ ਲਈ, ਪਰ ਉੱਥੇ ਤੁਹਾਨੂੰ ਰਿਪਲਾਈ ਨਹੀਂ ਕਰਦਾ, ਨਾ ਤੁਹਾਨੂੰ ਕੋਈ MP ਰਿਪਲਾਈ ਕਰੇ, ਨਾ ਤੁਹਾਨੂੰ ਕੋਈ MLA ਰਿਪਲਾਈ ਕਰੇ, ਨਾ ਤੁਹਾਨੂੰ ਕੋਈ ਕਾਉਂਸਲਰ ਕਰਦਾ ਹੈ। ਸਿਰਫ ਸਿਟੀ ਨੇ ਕੀਤਾ। ਮੈਂ ਇੱਕ ਮੁੱਦਾ ਚੱਕਿਆ ਸੀਗਾ ਆਪਣਾ ਮੈਕ ਫਿਲਿਪਸ ਤੇ ਟੈਂਪਲਟਨ ਦੇ ਉੱਤੇ ਲਾਈਟਾਂ ਦਾ, ਅੱਜ ਤੋਂ 3 ਮਹੀਨੇ ਪਹਿਲਾਂ ਦੀ ਗੱਲ ਹੈ। ਮੈਂ ਜਿੰਨੇ ਵੀ ਏਰੀਆ ਦੇ ਕੰਸਰਨ ਕਾਉਂਸਲਰ, MLAs, MP ਸਾਰਿਆਂ ਨੂੰ ਟੈਗ ਕੀਤਾ ਸੀ ਟਵਿੱਟਰ 'ਚ, ਤੇ ਸਿਟੀ ਵਾਲਿਆਂ ਨੇ ਵੀ ਕੀਤਾ ਸੀ, ਤੇ ਸਿਰਫ ਇੱਕ ਸਿਟੀ ਸੀਗੀ ਜਿਹਨੇ ਰਿਸਪੌਂਡ ਕੀਤਾ, ਹੋਰ ਕਿਸੇ ਨੇ ਕੋਈ ਰਿਸਪੌਂਡ ਨਹੀਂ ਕੀਤਾ ਜੀ। ਬਿਲਕੁਲ, ਸਿਟੀ ਆਪਣੇ ਲੋਕਾਂ ਲਈ ਕੰਮ ਕਰਦੀ ਹੈ। ਜਿਸ ਤਰ੍ਹਾਂ ਤੁਸੀਂ ਪਹਿਲਾਂ ਕਹਿ ਚੁੱਕੇ ਹੋ ਵੀ ਆਪਾਂ ਜੇ ਕੋਈ ਕੱਲ ਆਪਾਂ ਡਾਇਰੈਕਟਲੀ ਆਪਾਂ ਸਿਟੀ ਨੂੰ ਬਚਾਈਏ ਤੇ ਸਿਟੀ ਉਹ ਤੇ ਐਕਸ਼ਨ ਵੀ ਲੈਂਦੀ ਹੈ। ਬਟ ਇਹ ਜਿਹੜੇ ਮੀਡੀਏਟਰ, ਆਪਾਂ ਮੀਡੀਏਟਰ ਕਹਾਂਗੇ ਜੀ, ਕਿਉਂਕਿ ਆਪਣੇ ਇੱਕ ਵੋਟ ਦੁਆਰਾ ਚੁਣੇ ਜਾਂਦੇ ਨੇ। ਇੱਥੇ ਜਿਵੇਂ ਹੁਣ ਬੈਕ ਹੋਮ ਦੇ ਵਿੱਚ ਤਾਂ ਦੇਖੋ ਅੱਜ ਕੱਲ੍ਹ ਇਹ ਕੰਮ ਸਟਾਰਟ ਹੋ ਚੁੱਕਾ ਵੀ ਤੁਸੀਂ ਕਰਦੇ ਕਿਉਂ ਸਾਡੇ ਲਈ। ਬਿਲਕੁਲ ਇੱਥੇ ਵੀ ਮੇਰੇ ਹਿਸਾਬ ਨਾਲ ਜਿਹੜੇ ਆਪਣੇ ਚਾਹੇ ਕਾਉਂਸਲਰ ਨੇ, MLA ਨੇ, MP ਨੇ, ਇਹਨਾਂ ਨੂੰ ਆਪਣੇ ਕੰਮਾਂ ਪ੍ਰਤੀ ਜਵਾਬਦੇਹ ਆਨਸਰੇਬਿਲਿਟੀ ਬਿਲਕੁਲ ਚਾਹੀਦੀ ਹੈ ਜੀ। ਇਹਦੇ ਲਈ ਸਭ ਤੋਂ ਵੱਡਾ ਲਖਵਿੰਦਰ ਜੀ ਡਿਮਾਂਡ ਇਹ ਹੈਗੀ ਆ ਕਿ ਲੋਕੀ ਅਵੇਅਰ ਹੋਣ ਜੀ, ਲੋਕੀ ਕੁਐਸਚਨ ਪੁੱਛਣ, ਉਹਨਾਂ ਦੇ ਆਫਿਸ ਜਾ ਕੇ ਉਹਨਾਂ ਨੂੰ ਲੈਟਰਾਂ ਪਾਉਣ, ਉਹਨਾਂ ਨੂੰ ਪੁੱਛੋ ਜੀ ਕਿ ਅਸੀਂ ਇਹ ਚਾਹੁੰਦੇ ਆ, ਤੁਸੀਂ ਇਹਦੇ ਵਾਸਤੇ ਕੀ ਕਰ ਰਹੇ ਹੋ ਜੀ। ਤੁਹਾਨੂੰ ਇੰਨਾ ਉਹਨਾਂ ਦੇ ਬਜਟ ਪੁੱਛੋ ਕਿ ਤੁਹਾਨੂੰ ਇਸ ਚੀਜ਼ ਲਈ ਕਿੰਨਾ ਬਜਟ ਅਲਾਟ ਹੁੰਦਾ ਹੈ ਤੇ ਹਾਊ ਯੂ ਆਰ ਸਪੈਂਡਿੰਗ ਇਟ ਜੀ। ਦੇਖੋ ਅਲਟੀਮੇਟਲੀ ਉਹਨਾਂ ਦੇ ਹੱਥ ਮੈਨੂੰ ਨਹੀਂ ਪਤਾ ਕਿੰਨੀ ਕੁ ਪਾਵਰ ਹੈ ਕਿ ਕਿੰਨੀ ਕੁ ਪਾਵਰ ਨਹੀਂ ਹੈ ਜੀ। ਉਹ ਸਿਰਫ ਸਿਟੀ ਨੂੰ ਅਪਰੋਚ ਕਰ ਸਕਦੇ ਆ ਅਕੋਰਡਿੰਗ ਟੂ them ਓਨਲੀ। ਉਹਨਾਂ ਨੇ ਕਿਸੇ ਕਾਉਂਸਲਰ ਨੇ, ਕਿਸੇ MLA ਨੇ ਮੈਨੂੰ ਕਿਹਾ ਸੀਗਾ ਕਿ ਅਸੀਂ ਸਿਰਫ ਸਿਟੀ ਨੂੰ ਹੀ ਤੁਹਾਡੀ ਆਵਾਜ਼ ਪਹੁੰਚਾ ਸਕਦੇ ਹਾਂ ਜੀ, ਤੇ ਅਸੀਂ ਸਿਟੀ ਨੂੰ ਖੁਦ ਵੀ ਕਹਿ ਸਕਦੇ ਹਾਂ ਫਿਰ ਤੁਹਾਨੂੰ ਸਾਡੀ ਕੀ ਜ਼ਰੂਰਤ ਹੈਗੀ ਹੈ ਜੀ। ਬਿਲਕੁਲ, ਆਪਾਂ ਕੋਈ ਵੀ ਗੱਲ ਹੁੰਦੀ ਆ ਆਪਾਂ 311 ਤੇ ਇੱਥੇ ਵੀ ਨਹੀਂ ਪੈਕੇਜ ਕਾਲ ਕਰਦੇ ਆ। ਕੈਨੇਡਾ ਦਾ ਜਿਹੜਾ ਸਿਸਟਮ ਆ ਪੂਰਾ ਟਰਾਂਸਪੇਰੈਂਟ ਆ, ਲੋਕਾਂ ਦੀ ਹੈਲਪਫੁਲ ਜਿਹੜਾ ਸਿਸਟਮ ਆਏਗਾ, ਜਿਹੜਾ ਜੋ ਵੀ ਮਤਲਬ ਮਿਊਨਿਸਪਲ ਕਮੇਟੀਜ਼ ਨੇ ਚਾਹੇ ਹੋਰ ਨੇ, ਇਹ ਤੁਹਾਨੂੰ ਨਹੀਂ ਲੱਗਦਾ ਵੀ ਫਿਰ ਇਹ ਆਪਣੇ ਇਹ ਇਕੱਲੀ ਵੋਟਿੰਗ ਵਾਸਤੇ ਹਾਂ ਹੂੰ ਕਰ ਲਈ ਰੱਖੇ ਹੋਏ? ਤੁਸੀਂ ਹੁਣ ਵੋਟਿੰਗ ਦੀ ਗੱਲ ਕੀਤੀ ਹੈ, ਤੁਹਾਨੂੰ ਜੇ ਮੈਂ ਸਟੈਟਿਸਟਿਕਸ ਦੀ ਗੱਲ ਕਰਾਂ ਤੇ ਯੂ ਵਿਲ ਬੀ ਸ਼ੌਕਡ ਟੂ ਨੋ। ਮੈਂ ਇੱਕ ਐਗਜ਼ਾਮਪਲ ਇੱਕ ਏਰੀਆ ਲੈਣਾ ਵਿਨੀਪੈਗ ਦਾ, ਜਿਹਦੇ 'ਚ ਕੁਝ ਚੁਣੇ ਹੋਏ ਨੁਮਾਇੰਦੇ ਨੇ। ਉਸ ਏਰੀਆ ਦੀ ਆਬਾਦੀ ਜਿਹੜੀ ਹੈ ਜੀ
ਵੋਟਿੰਗ ਕਪੈਸਿਟੀ ਯਾਨੀ ਕਿ ਜਿਹੜੇ ਬੰਦੇ ਐਲੀਜੀਬਲ ਨੇ VOTING ਲਈ ਉਹ ਸਿਰਫ 16 ਕਿ 17000 ਨੇ ਜੀ 17000 VOTING ਚੋਂ 50% ਜਿਹੜੀਆਂ ਵੋਟਾਂ ਪਈਆਂ ਪੈਂਦੇ ਜੀ ਬਿਲਕੁਲ ਤੇ ਉਹਨਾਂ ਚ ਜਿਨ੍ਹਾਂ ਦੇ 10% ਜਿਹਨੂੰ ਮਿਲਿਆ ਉਹ ਬੰਦਾ ਇਲੈਕਟ ਹੋ ਗਿਆ ਜੀ ਕੀ ਇਹ ਡੈਮੋਕ੍ਰੇਸੀ ਹੈ ਜੀ ਕਿ ਤੁਸੀਂ 40000 ਤੇ 30000 ਦੀ ਆਬਾਦੀ ਵਿੱਚੋਂ ਸਿਰਫ ਜਿਹਨੂੰ 1800 1500 3000 ਵੋਟਾਂ ਪਈਆਂ ਉਹ ਇਲੈਕਟ ਹੋ ਗਿਆ ਯਾਨੀ ਕਿ ਬਾਕੀ ਬੰਦੇ 90% ਬੰਦੇ ਉਹਦੇ ਅਗੇਂਸਟ ਸੀਗੇ ਤੁਸੀਂ ਕਿਵੇਂ ਡਿਵੈਲਪਮੈਂਟ ਦੀ ਫਿਰ ਤੁਸੀਂ ਆਪਾਂ ਦੇਖਿਆ ਜੀ ਇੱਥੇ ਬਾਲੇ ਲੋਕ ਨਹੀਂ ਇਦਾਂ ਜਿਹੜੇ ਹੈਗੇ ਨੇ ਕੁਝ ਆਪਣੀ ਕਮਿਊਨਿਟੀ ਨੂੰ ਥੋੜਾ ਜਿਹਾ ਹੋਣ ਲੱਗਿਆ ਹੈਗਾ ਜ਼ਰੂਰੀ ਹੈ ਹਿੱਸਾ ਲੈ ਪਰ ਸਾਰੇ ਬੰਦੇ ਵੋਟਾਂ ਦੇ ਵਿੱਚ ਹਿੱਸਾ ਨਹੀਂ ਲੈਂਦੇ ਹੈਗੇ ਮੈਂ ਸਿਸਟਮ ਥੋੜਾ ਜਿਹਾ ਉਹੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੋਟਾਂ ਪਾਓ ਜੇ ਤੁਸੀਂ ਐਲੀਜੀਬਲ ਹੋ ਜੀ ਆਸਕ ਕੁਐਸਚਨਸ ਆਪਣੇ MLA MP ਕਾਉਂਸਲਰਸ ਨੂੰ ਕੁਐਸਚਨਸ ਪੁੱਛੋ ਜੀ ਉਹਨਾਂ ਦੀ ਜਵਾਬਦੇਹੀ ਤੈਅ ਕਰੋ ਕਿ ਅਸੀਂ ਇਹ ਸਭ ਚਾਹੁੰਦੇ ਹਾਂ ਜੀ ਕਈ ਚੀਜ਼ਾਂ ਹੁੰਦੀਆਂ ਹੈਗੀਆਂ ਕਿ ਅਸੀਂ ਆਪਣੇ ਏਰੀਆ 'ਚ ਚਾਹੁੰਦੇ ਹਾਂ ਕਿ ਇਹ ਹੋਣ ਬਟ ਉਹ ਸਿਟੀ ਸ਼ਾਇਦ ਪਲਾਨ ਨਹੀਂ ਕਰਦੀ ਜੀ ਪਰ ਅਸੀਂ ਸਿਟੀ ਸਾਡੇ ਤੋਂ ਸੁਝਾਅ ਮੰਗਦੀ ਹੈ ਕਿਤੇ ਬੱਸਾਂ ਚਲਾਉਣੀਆਂ ਕਿਤੇ ਬੱਸਾਂ ਦੇ ਸ਼ੈਲਟਰ ਲਗਾਉਣੇ ਨੇ ਸਕੂਲ ਖੋਲਣਾ ਹੈ ਸਕੂਲ ਦੀ ਲੈਂਗੁਏਜ ਕੀ ਹੋਏਗੀ ਕਿੱਥੇ ਪਾਰਕ ਚਾਹੀਦਾ ਸਿਟੀ ਸਾਡੇ ਤੋਂ ਸੁਜੈਸ਼ਨ ਮੰਗਦੀ ਹੈ ਵੱਧ ਤੋਂ ਵੱਧ ਸਾਡੀ ਕਮਿਊਨਿਟੀ ਨੂੰ ਚਾਹੀਦਾ ਕਿ ਅਸੀਂ ਪਾਰਟਿਸਿਪੇਸ਼ਨ ਕਰੀਏ ਤੇ ਆਪਣੇ MLA MPs ਕਾਉਂਸਲਰਸ ਨੂੰ ਮਜਬੂਰ ਕਰੀਏ ਕਿ ਤੁਸੀਂ ਸਾਨੂੰ ਜਵਾਬ ਦਿਓ ਇਸ ਚੀਜ਼ ਦਾ ਕਿ ਇਹ ਕੰਮ ਹੋਇਆ ਤੇ ਇਹਦੇ ਪਿੱਛੇ ਕੀ ਕਾਰਨ ਸੀਗਾ ਜੇ ਨਹੀਂ ਹੋਇਆ ਤੇ ਇਹਦੇ ਪਿੱਛੇ ਕੀ ਕਾਰਨ ਸੀਗਾ ਜੀ ਬਿਲਕੁਲ ਸਾਰੇ ਦਰਸ਼ਕਾਂ ਨੂੰ ਅਪੀਲ ਕਰਨੇ ਚਾਹਾਂਗੇ ਕਿ ਤੁਸੀਂ ਥੋੜੇ ਅਵੇਅਰ ਹੋਵੋ ਆਪਣੀਆਂ ਹੱਕ ਜਾਣੋ ਤੇ ਉਹਨਾਂ ਨੂੰ ਡਿਮਾਂਡ ਕਰੋ ਤੇ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਜਵਾਬਦੇਹੀ ਬਣਾਓ ਉਹਨਾਂ ਜੀ ਬਿਲਕੁਲ ਕਿਉਂਕਿ ਕੁਝ ਜਿਹੜੇ ਲੀਡਰ ਨੇ ਆਪਣੇ ਇਲੈਕਟਡ ਲੀਡਰ ਨੇ ਇਹ ਕਹਿ ਦਿੰਦੇ ਨੇ ਜੀ ਸਾਡੇ ਤੱਕ ਗੱਲ ਪਹੁੰਚਾਓ ਫਿਰ ਅਸੀਂ ਅੱਗੇ ਗੱਲ ਪਹੁੰਚਾਉਣੇ ਆ ਤੇ ਇਹ ਇੱਕ ਇਹਨਾਂ ਦਾ ਬਚਣ ਦਾ ਤਰੀਕਾ ਦੂਸਰਾ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਇਹਨਾਂ ਦਾ ਇੱਕ ਮੇਨ ਹੁੰਦਾ ਵੀ ਇਹ ਮੇਰੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਹੈ ਬਿਲਕੁਲ ਚਾਹੇ ਜਿਸ ਤਰ੍ਹਾਂ ਤੁਸੀਂ VOTING ਦੀ ਆਪਾਂ ਗੱਲ ਕਰਦੇ ਆ ਮੈਂ ਇਹ ਕਹੂੰਗਾ ਵੀ ਜੇ ਕਿਸੇ ਦੀ ਵੋਟ ਨਹੀਂ ਵੀ ਹੈਗੀ ਉਹਦਾ ਵੀ ਰਾਈਟ ਹੈਗਾ ਕਿਉਂਕਿ ਆਪਣਾ ਟੈਕਸ ਆ ਜਿਹੜਾ ਉਹ ਇਕੱਲੇ ਵੋਟਾਂ ਦੇਣ ਵਾਲਿਆਂ ਵੱਲੋਂ ਨਹੀਂ ਜਾਂਦਾ ਹੈਗਾ ਇਹਨਾਂ ਨੂੰ ਜਿਹੜਾ ਆਪਣਾ ਟੈਕਸ ਪੇ ਕਰਦੇ ਆ ਆਪਾਂ ਸਾਰੇ ਬੰਦੇ ਪੇ ਕਰਦੇ ਆ ਤੇ ਉਹਦੇ ਵਿੱਚੋਂ ਹੀ ਇਹਨਾਂ ਨੂੰ ਸੈਲਰੀਆਂ ਜਾਂਦੀਆਂ ਨੇ ਇਹਨਾਂ ਨੂੰ ਆਪਣੇ ਕੰਮਾਂ ਪ੍ਰਤੀ ਜਵਾਬਦੇਹ ਆਪਾਂ ਨੂੰ ਬਣਾਉਣਾ ਪਊਗਾ ਇਹਨਾਂ ਨੂੰ ਸਵਾਲ ਇਹਨਾਂ ਨੂੰ ਕਰਨੇ ਪੈਣਗੇ ਤਾਂ ਹੀ ਕੁਝ ਬਣੂਗਾ ਕਿਉਂਕਿ ਇੱਥੇ ਕਿਸੇ ਕੋਲ ਟਾਈਮ ਨਹੀਂ ਹੈਗਾ ਸਭ ਤੋਂ ਵੱਡੀ ਗੱਲ ਹੈ ਦੇਖੋ ਸਿਸਟਮ ਦੇ ਮਤਲਬ ਇਸੇ ਕਰਕੇ ਇਹ ਸਿਸਟਮ ਦਾ ਜਿਹੜੇ ਇਲੈਕਟਡ ਲੀਡਰ ਨੇ ਇਹ ਥੋੜਾ ਜਿਹਾ ਨਜਾਇਜ਼ ਫਾਇਦਾ ਉਠਾ ਲੈਂਦੇ ਵੀ ਇੱਥੇ ਕਿਸੇ ਨੇ ਪੁੱਛਣਾ ਨਹੀਂ ਹੈਗਾ ਆਪਾਂ ਕੋਈ ਜਿਹੜੇ ਆਪਾਂ ਦੀ ਸੋਚ ਹੁੰਦੀ ਆ ਵੀ ਸਾਨੂੰ ਜੀ ਇਹ ਵਿਜ਼ਟਰ ਵੀਜ਼ੇ ਲਈ ਜਾਂ ਆਪਣੇ ਕਿਸੇ ਰਿਲੇਟਿਵ ਨੂੰ ਬੁਲਾਉਣ ਲਈ ਉੱਥੇ ਇੱਕ ਸਟੈਂਪ ਲਗਾ ਦਿੰਦੇ ਨੇ ਉਹ ਜਸਟ ਇੱਕ $20 ਦੀ ਗੱਲ ਹੈਗੀ ਆ ਗੱਲ ਹੈ ਜੀ ਉਹ ਜਿਹੜੀ ਸਟੈਂਪ ਲੱਗਦੀ ਹੈ ਲੈਟਰ ਕੱਟੀ ਹੁੰਦੀ ਉਹਦੀ ਕੀ ਅਥੈਂਟਿਕ ਵੈਲਿਊ ਹੈ ਐਜ਼ ਲਾਅ ਜੀ ਕਿਸੇ ਨੂੰ ਨਹੀਂ ਪਤਾ ਜੀ ਬਿਲਕੁਲ ਆਪਣੇ ਮਨ ਦੀ ਤਸੱਲੀ ਲਈ ਅਸੀਂ ਲਗਾਉਂਦੇ ਹਾਂ ਜੀ ਬਿਲਕੁਲ ਸੁਣਨ ਦੇ ਵਿੱਚ ਆਇਆ ਵੀ ਇਮੀਗ੍ਰੇਸ਼ਨ ਦੇ ਲਾਅ ਦੇ ਵਿੱਚ ਤੁਸੀਂ ਇੱਕ ਆਪਣੇ ਆਪ ਸੈਲਫ ਡਿਕਲੇਰੇਸ਼ਨ ਲਾਅ ਦੈਟ ਇਜ਼ ਸਫੀਸ਼ੀਐਂਟ ਉਹ ਵੀ ਵੈਲਿਡ ਹੈਗਾ ਉਹਦੇ ਲਈ ਕਿਸੇ ਪੋਲੀਟੀਕਲ ਦੇ ਇਸ ਦੇ ਸਿਸਟਮ ਦੇ ਵਿੱਚ ਦਬਾਅ ਦੇ ਵਿੱਚ ਆਉਣ ਦੀ ਕਿਸੇ ਕੋਈ ਜ਼ਰੂਰਤ ਨਹੀਂ ਹੈਗੀ ਜੀ ਬਿਲਕੁਲ ਇਸ ਤਰ੍ਹਾਂ ਹੀ ਅਸੀਂ ਕੁਝ ਹੋਰ ਗੱਲਾਂ ਬਾਤਾਂ ਕਰਦੇ ਰਹਾਂਗੇ ਤੁਸੀਂ ਦੇਖਦੇ ਰਹੋ ਵੌਇਸ ਆਫ ਇੰਡੀਆ ਮੀਡੀਆ ਗਰੁੱਪ ਤੁਸੀਂ ਸਾਡਾ ਫੇਸਬੁੱਕ ਪੇਜ ਲਾਈਕ ਕਰ ਸਕਦੇ ਹੋ YouTube ਚੈਨਲ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡੇ ਵੀ ਜੋ ਕੋਈ ਕਮੈਂਟਸ ਨੇ ਸਾਨੂੰ ਦਿਵੋ ਤੁਸੀਂ ਤੁਹਾਡੇ ਦੇ ਵਿੱਚੋਂ ਵੀ ਇਸ ਸਟੂਡੀਓ ਦੇ ਵਿੱਚ ਆ ਕੇ ਕੋਈ ਗੱਲ ਕਰਨਾ ਚਾਹੁੰਦਾ ਅਸੀਂ ਸਭ ਦਾ ਸਵਾਗਤ ਕਰਦੇ ਹਾਂ ਗਗਨ ਜੀ ਆਪਾਂ ਫਿਰ ਨੈਕਸਟ ਵੀਕ ਹੋਰ ਇੱਕ ਹੋਰ ਟੌਪਿਕ ਲੈ ਕੇ ਤੁਹਾਡੇ ਸਮਕਸ਼ ਹਾਜ਼ਰ ਹੋਵਾਂਗੇ ਅਸੀਂ ਤੁਹਾਡੇ ਸੁਜੈਸ਼ਨਸ ਚਾਹੁੰਦੇ ਹਾਂ ਤੁਸੀਂ ਕਿਸ ਬਾਰੇ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ ਸੁਝਾਅ ਦੇਣਾ ਚਾਹੁੰਦੇ ਹੋ ਪਲੀਜ਼ ਸਾਨੂੰ ਦੱਸੋ ਤੇ ਬੀ ਅਵੇਅਰ ਥੋੜਾ ਆਪਣੇ ਹੱਕ ਮੰਗੋ ਤੇ ਕੁਐਸਚਨਸ ਪੁੱਛੋ ਸਾਰਿਆਂ ਨੂੰ ਜੀ ਥੈਂਕ ਯੂ